प्यारे बच्चों, इस वीडियो लैक्चर विच आपां तुहाडे मेन कोर्स बुक जो 10th क्लास की मेन कोर्स बुक है उसके चैप्टर वेयर इज साइंस टेकिंग अस नूं कंटिन्यू करन जा रहे हैं। ਪਹਿਲਾਂ ਆਪਾਂ ਇਹ ਵੇਖ ਲਈਏ ਕਿ ਇਸ ਤੋਂ ਪਹਿਲਾਂ ਜੋ ਪਾਰਟ ਆਪਾਂ ਕੀਤਾ ਸੀ ਇਸ ਚੈਪਟਰ ਦਾ, ਅੱਜ ਆਪਾਂ ਸੈਕੰਡ ਪਾਰਟ ਕਰਨ ਜਾ ਰਹੇ ਹਾਂ। ਪਹਿਲੇ ਪਾਰਟ ਵਿੱਚ ਜੋ ਕੀਤਾ ਸੀ ਉਸ ਦੇ ਵੀਡੀਓ ਲੈਕਚਰ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਾਇੰਸ ਸਾਨੂੰ ਕਿੱਧਰ ਨੂੰ ਲੈ ਕੇ ਜਾ ਰਹੀ ਹੈ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਭੌਤਿਕ ਚੀਜ਼ਾਂ ਦੇ ਸੰਬੰਧ ਵਿੱਚ ਤਾਂ ਸਾਇੰਸ ਸਾਡੇ ਲਈ ਬਹੁਤ ਕੁਝ ਕਰ ਰਹੀ ਹੈ, ਪਰ ਅਭੌਤਿਕ ਚੀਜ਼ਾਂ ਦੇ ਸੰਬੰਧ ਵਿੱਚ ਸਾਇੰਸ ਸਾਡੇ ਲਈ ਸ਼ਾਇਦ ਕੁਝ ਵੀ ਨਹੀਂ ਕਰ ਰਹੀ। ਸਾਡੇ ਜੀਵਨ ਦੇ ਹਰੇਕ ਭਾਗ ਵਿੱਚ ਮਸ਼ੀਨਾਂ ਆ ਗਈਆਂ ਹਨ ਤੇ ਅਸੀਂ ਮਸ਼ੀਨਾਂ ਦੇ ਗੁਲਾਮ ਜਿਹੇ ਹੀ ਬਣ ਗਏ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਮਸ਼ੀਨਾਂ ਨੇ ਸਾਡਾ ਜੀਵਨ ਬਹੁਤ ਆਸਾਨ ਬਣਾ ਦਿੱਤਾ ਹੈ, ਪਰ ਨਾਲ ਹੀ ਸਾਡੇ ਲਈ ਕਈ ਸਮੱਸਿਆਵਾਂ ਵੀ ਖੜੀਆਂ ਕਰ ਦਿੱਤੀਆਂ ਹਨ। ਜਿਵੇਂ ਕਿ ਸਾਨੂੰ ਇਹ ਸਮਝ ਹੀ ਨਹੀਂ ਆਉਂਦੀ ਕਿ ਅਸੀਂ ਆਪਣੇ ਵਿਹਲੇ ਸਮੇਂ ਦੀ ਵਰਤੋਂ ਹੁਣ ਕਿਵੇਂ ਕਰੀਏ। ਇਹ ਤਾਂ ਆਪਾਂ ਨੂੰ ਪਤਾ ਹੀ ਹੈ ਨਾ ਕਿ ਜਦ ਮਸ਼ੀਨਾਂ ਦੇ ਨਾਲ ਅਸੀਂ ਕੰਮ ਕਰਦੇ ਹਾਂ ਤਾਂ ਸਾਡੇ ਕੋਲ ਕਾਫੀ ਸਮਾਂ ਵਿਹਲਾ ਬਚ ਜਾਂਦਾ ਹੈ, ਤੇ ਉਸ ਵਿਹਲੇ ਸਮੇਂ ਦੀ ਵਰਤੋਂ ਅਸੀਂ ਕਿਵੇਂ ਕਰੀਏ ਇਹ ਵਿਗਿਆਨ ਸਾਨੂੰ ਨਹੀਂ ਦੱਸਦਾ। ਦੂਜੇ ਪਾਸੇ ਦਵਾਈਆਂ ਨੇ ਮਨੁੱਖ ਦਾ ਔਸਤ ਜੀਵਨ ਹੈ, ਜੋ ਔਸਤ ਪੱਧਰ ਜੀਵਨ ਦਾ, ਉਹ ਕਾਫੀ ਵਧਾ ਦਿੱਤਾ ਹੈ। ਪਰ ਹੁਣ ਜੋ ਬਜ਼ੁਰਗਾਂ ਦੀ ਆਬਾਦੀ ਇੰਨੀ ਜ਼ਿਆਦਾ ਵੱਧ ਗਈ ਹੈ, ਜਿਵੇਂ ਕਿ ਪਹਿਲੇ ਵੀਡੀਓ ਲੈਕਚਰ ਵਿੱਚ ਤੁਹਾਨੂੰ ਮੈਂ ਦੱਸਿਆ ਹੀ ਹੈ, ਇੰਨੀ ਜ਼ਿਆਦਾ ਵੱਧ ਗਈ ਹੈ ਕਿ ਉਹਨਾਂ ਦੀ ਸਾਂਭ ਸੰਭਾਲ ਦੀ ਵੀ ਸਮੱਸਿਆ ਹੁਣ ਆ ਗਈ ਹੈ, ਕਿਉਂਕਿ ਆਬਾਦੀ ਤਾਂ ਲਗਾਤਾਰ ਵਧ ਹੀ ਰਹੀ ਹੈ, ਹੋਰ ਜਨਮ ਦਰ ਵਧੀ ਜਾਂਦੀ ਹੈ। ਤੇ ਜੇਕਰ ਪੁਰਾਣੇ ਜੋ ਬਜ਼ੁਰਗ ਹਨ ਉਹਨਾਂ ਦੀ ਮੌਤ ਨਹੀਂ ਹੋਵੇਗੀ ਤਾਂ ਇਹ ਜੀਵਨ ਚੱਕਰ ਅਸੰਤੁਲਿਤ ਹੋ ਜਾਵੇਗਾ, ਧਰਤੀ ਉੱਤੇ ਰਹਿਣਾ ਹੀ ਮੁਸ਼ਕਲ ਹੋ ਜਾਵੇਗਾ, ਤੇ ਸਾਇੰਸ ਉਸ ਦਾ ਹੱਲ ਵੀ ਸਾਨੂੰ ਕੋਈ ਨਹੀਂ ਦੱਸਦੀ। ਤੀਜਾ, ਅਸੀਂ ਜੋ ਅਨਾਜ ਤਾਂ ਬਹੁਤ ਪੈਦਾ ਕਰ ਲਿਆ ਹੈ, ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਖੇਤੀਬਾੜੀ ਵਿੱਚ ਵੀ ਸਾਇੰਸ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ। ਬੜੇ ਸਾਨੂੰ ਸਾਇੰਸ ਦੀ ਸਹਾਇਤਾ ਦੇ ਨਾਲ ਹੀ ਅਸੀਂ ਬੜੇ ਇਹੋ ਜਿਹੇ ਯੰਤਰ ਬਣਾ ਲਏ ਹਨ ਕਿ ਬਹੁਤ ਜ਼ਿਆਦਾ ਅਨਾਜ ਪੈਦਾ ਕਰ ਲੈਂਦੇ ਹਾਂ। ਪਰ ਮਨੁੱਖ ਵਿੱਚ ਨੈਤਿਕਤਾ ਖਤਮ ਹੁੰਦੀ ਜਾ ਰਹੀ ਹੈ। ਉਹ ਲੋੜ ਪੈਣ ਤੇ ਲੋਕਾਂ ਨੂੰ ਅਨਾਜ ਮੁਹੱਈਆ ਨਹੀਂ ਕਰਵਾਉਂਦਾ, ਬਲਕਿ ਅਨਾਜ ਜਮ੍ਹਾਂ ਕਰ ਲੈਂਦਾ ਹੈ ਤੇ ਔਖੇ ਸਮੇਂ ਉਸ ਨੂੰ ਮਹਿੰਗੇ ਭਾਅ ਵੇਚਦਾ ਹੈ। ਇਸ ਤਰ੍ਹਾਂ ਸ਼ਾਇਦ ਮਨੁੱਖ ਨੂੰ ਭੌਤਿਕ ਤੌਰ ਤੇ ਤਾਂ ਮਜ਼ਬੂਤ ਕਰ ਹੀ ਰਹੀ ਹੈ, ਇਹ ਜੋ ਸਾਇੰਸ ਹੈ ਭੌਤਿਕ ਤੌਰ ਤੇ ਤਾਂ ਮਜ਼ਬੂਤ ਕਰ ਰਹੀ ਹੈ, ਬੜੀਆਂ ਚੀਜ਼ਾਂ ਸਾਇੰਸ ਦੀ ਸਹਾਇਤਾ ਨਾਲ ਮਨੁੱਖ ਨੇ ਬਣਾ ਲਈਆਂ, ਪਰ ਨੈਤਿਕ ਅਤੇ ਅਧਿਆਤਮਿਕ ਤੌਰ ਤੇ ਉਸ ਦਾ ਪੱਧਰ ਘਟਾ ਰਹੀ ਹੈ। ਚਲੋ ਬੱਚਿਓ, ਅੱਗੇ ਲੈਸਨ ਨੂੰ ਲਾਈਨ ਬਾਏ ਲਾਈਨ ਪੜ੍ਹਦੇ ਹਾਂ ਤੇ ਸਾਇੰਸ ਦੇ ਸਾਡੇ ਜੀਵਨ ਉੱਤੇ ਹੋਰ ਚੰਗੇ ਮਾੜੇ ਪ੍ਰਭਾਵਾਂ ਬਾਰੇ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। It makes one sometimes ask, what is science really after? ਕਦੇ ਕਦੇ ਕੀ ਹੈ ਵੀ ਵਿਅਕਤੀ ਆਪਣੇ ਆਪ ਨੂੰ ਪੁੱਛਣ ਲੱਗਦਾ ਹੈ ਕਿ ਵਿਗਿਆਨ ਅਸਲ ਵਿੱਚ ਕਿਸ ਚੀਜ਼ ਦੇ ਪਿੱਛੇ ਹੈ, ਕੀ ਕਰਨਾ ਚਾਹੁੰਦੀ ਹੈ। What are its aims? ਇਸ ਦੇ ਉਦੇਸ਼ ਕੀ ਹਨ। What is its goal? ਇਸ ਦਾ ਨਿਸ਼ਾਨਾ ਕੀ ਹੈ। Its aims seem to be obvious. ਇਸ ਦੇ ਜੋ ਉਦੇਸ਼ ਹਨ ਉਹ ਸਪਸ਼ਟ ਹੀ ਲੱਗਦੇ ਹਨ। They are material. ਇਹ ਉਦੇਸ਼ ਮੈਟੀਰੀਅਲ ਹਨ, ਭੌਤਿਕ ਹਨ। Of course, ਕੋਈ ਸ਼ੱਕ ਨਹੀਂ ਇਸ ਗੱਲ ਦੇ ਵਿੱਚ ਕਿ ਇਸ ਦੇ ਜੋ ਉਦੇਸ਼ ਹਨ ਉਹ ਕੀ ਹਨ, ਭੌਤਿਕ ਹਨ। One aim is the complete understanding. ਇੱਕ ਉਦੇਸ਼ ਕੀ ਹੈ, ਪੂਰੀ ਤਰ੍ਹਾਂ ਸਮਝ। ਹਰ ਇੱਕ ਚੀਜ਼ ਨੂੰ ਸਮਝਣਾ ਚਾਹੁੰਦੀ ਹੈ ਸਾਇੰਸ। Indeed, the conquest, ਅਸਲ ਵਿੱਚ ਜਿੱਤਣਾ ਹੀ ਚਾਹੁੰਦੀ ਹੈ, of man's environment. ਜੋ ਸਾਇੰਸ ਹੈ ਉਹ ਵਿਅਕਤੀ ਦੇ ਵਾਤਾਵਰਨ ਉੱਤੇ ਜਿੱਤ ਪ੍ਰਾਪਤ ਕਰਨਾ ਚਾਹੁੰਦੀ ਹੈ, ਵਿਅਕਤੀ ਨੂੰ ਇੰਨੀ ਪਾਵਰ ਦੇਣਾ ਚਾਹੁੰਦੀ ਹੈ ਕਿ ਹਰ ਇੱਕ ਚੀਜ਼ ਵਿਅਕਤੀ ਦੇ ਵਸ ਵਿੱਚ ਹੋਵੇ। ਦ ਕਨਕੁਐਸਟ ਆਫ ਐਵਰੀਥਿੰਗ ਮਟੀਰੀਅਲ, ਪਰ ਇਹ ਜਿੱਤ ਕੀ ਹੈ, ਮਟੀਰੀਅਲ ਚੀਜ਼ਾਂ ਉੱਤੇ, ਭੌਤਿਕ ਚੀਜ਼ਾਂ ਉੱਤੇ ਵਿਅਕਤੀ ਨੂੰ ਜਿੱਤ ਪ੍ਰਾਪਤ ਕਰਵਾਉਣਾ ਚਾਹੁੰਦੀ ਹੈ। ਬਿਗ ਔਰ ਸਮੌਲ, ਹਰ ਇੱਕ ਵੱਡੀ ਛੋਟੀ ਚੀਜ਼। ਬ੍ਰਿੰਗਿੰਗ ਆਲ ਪਾਵਰਸ ਵਿਦਨ ਮੈਨਸ ਰੀਚ, ਇਹ ਸਾਰੀਆਂ ਸ਼ਕਤੀਆਂ ਮਨੁੱਖ ਦੀ ਪਹੁੰਚ ਵਿੱਚ ਆ ਰਹੀਆਂ ਹਨ ਸਾਇੰਸ ਦੀ ਹੈਲਪ ਦੇ ਨਾਲ। The other aim is understanding of all the mysteries. ਇਸ ਤਰ੍ਹਾਂ ਲੱਗਦਾ ਹੈ ਕਿ ਹੋਰ ਸਾਇੰਸ ਦਾ ਕੀ ਉਦੇਸ਼ ਹੈ ਕਿ ਸਾਰੇ ਰਹੱਸਾਂ ਨੂੰ ਜਾਣਨਾ। That lie within the human body, ਜੋ ਮਨੁੱਖੀ ਬੋਡੀ ਦੇ ਵਿੱਚ ਪਏ ਹਨ, ਮਨੁੱਖੀ ਸਰੀਰ ਬਾਰੇ ਜਾਣਨਾ। The material mysteries, ਭੌਤਿਕ ਰਹੱਸ।
the innumerable chemical and physical actions that make the body work। ਅਣਗਿਣਤ ਜੋ ਕੈਮੀਕਲ ਅਤੇ ਸਰੀਰਕ ਐਕਸ਼ਨਸ ਹਨ, ਰਸਾਇਣਿਕ ਅਤੇ ਸਰੀਰਕ ਐਕਸ਼ਨ ਹਨ ਜੋ ਮਨੁੱਖੀ ਸਰੀਰ ਵਿੱਚ ਹੁੰਦੇ ਹਨ, ਹੋ ਰਹੇ ਹਨ, ਉਹਨਾਂ ਨੂੰ ਜਾਣਨ ਦੇ ਪਿੱਛੇ ਵੀ ਸਾਇੰਸ ਲੱਗੀ ਹੋਈ ਹੈ। If there are the apparent aims of science, if these are the apparent aims of science, ਜੇਕਰ ਇਹੀ ਸਪਸ਼ਟ ਉਦੇਸ਼ ਹਨ ਸਾਇੰਸ ਦੇ, surely they cannot represent the ultimate goal, ਤਾਂ ਇਹ ਗੱਲ ਪੱਕੀ ਹੀ ਹੈ, ਇਹ ਆਖਰੀ ਉਦੇਸ਼ ਸਾਇੰਸ ਦੇ ਨਹੀਂ ਹੋ ਸਕਦੇ। The ultimate goal, if there is, ultimate aim ਹੈ ਜੋ ਜੇਕਰ ਕੋਈ ਹੈ, if there is the ultimate goal, if there is such a thing, ਜੇਕਰ ਇਸ ਤਰ੍ਹਾਂ ਦੀ ਕੋਈ ਚੀਜ਼ ਹੈ ਜੋ ਇੱਕ ਅੰਤਿਮ ਉਦੇਸ਼ ਹੁੰਦਾ ਹੈ, must be the understanding of everything that makes life worthwhile, ਤਾਂ ਉਹ ਕੀ ਹੋਣੀ ਚਾਹੀਦੀ ਹੈ, ਕੋਈ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਕੀ ਹੈ, ਜੀਵਨ ਜਿਉਣ ਯੋਗ ਬਣ ਸਕੇ। ਜੇਕਰ ਕੋਈ ਅੰਤਿਮ ਉਦੇਸ਼ ਹੈ ਤਾਂ ਉਹ ਇਹੋ ਜਿਹੀ ਚੀਜ਼ ਹੋਣੀ ਚਾਹੀਦੀ ਹੈ ਜਿਸ ਦੇ ਨਾਲ ਮਨੁੱਖੀ ਜੀਵਨ ਹੈ ਜੋ ਜਿਉਣ ਯੋਗ ਬਣ ਸਕੇ। The enrichment of all that life means, ਉਹਨਾਂ ਸਾਰੀਆਂ ਚੀਜ਼ਾਂ, ਉਹ ਸਾਰੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਅਰਥ ਜਿਉਣਾ ਹੈ। That goes beyond material things, ਅਤੇ ਇਹ ਮੈਟੀਰੀਅਲ ਚੀਜ਼ਾਂ ਤੋਂ, ਭੌਤਿਕ ਚੀਜ਼ਾਂ ਤੋਂ ਕਿਤੇ ਪਰੇ ਦੀ ਗੱਲ ਹੈ। For man needs more than food and shelter and clothing and the understanding of what goes on within his stomach, ਆਦਮੀ ਨੂੰ ਭੋਜਨ, ਆਸਰੇ ਅਤੇ ਕੱਪੜਿਆਂ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਦੀ ਸਮਝ ਹੋਣੀ ਜ਼ਰੂਰੀ ਹੈ, ਜਾਂ ਉਸਦੇ ਪੇਟ ਵਿੱਚ ਕੀ ਹੋ ਰਿਹਾ ਹੈ, ਕੀ ਕੁਛ ਚੱਲ ਰਿਹਾ ਹੈ ਉਸਦੇ ਪੇਟ ਦੇ ਵਿੱਚ। ਇਹਨਾਂ ਗੱਲਾਂ ਨੂੰ ਜਾਣਨ ਤੋਂ ਇਲਾਵਾ ਵੀ ਮਨੁੱਖ ਨੂੰ ਬਹੁਤ ਕੁਝ ਜਾਣਨ ਦੀ ਜ਼ਰੂਰਤ ਹੈ। ਪਰ ਸਾਇੰਸ ਸਾਡੇ ਲਈ ਕੀ ਕਰਦੀ ਹੈ, ਉਹ ਤਾਂ ਸਿਰਫ ਮੈਟੀਰੀਅਲ ਚੀਜ਼ਾਂ ਦੇ ਪ੍ਰਤੀ ਹੀ ਸਾਡੀ ਸਹਾਇਤਾ ਕਰਦੀ ਹੈ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਨੌਨ ਮੈਟੀਰੀਅਲ ਚੀਜ਼ਾਂ ਹਨ ਜਿਨ੍ਹਾਂ ਨੂੰ ਜਾਣਨ ਦੀ ਮਨੁੱਖ ਨੂੰ ਜ਼ਰੂਰਤ ਹੈ। What is really needed in the world today, ਸੰਸਾਰ ਨੂੰ ਅੱਜ ਕਿਸ ਚੀਜ਼ ਦੀ ਅਸਲ ਵਿੱਚ ਜ਼ਰੂਰਤ ਹੈ? ਸ਼ਾਇਦ perhaps more than ever before is not some new word, ਸ਼ਾਇਦ ਵੀ ਅੱਜ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕੀ ਹੈ ਵੀ ਜ਼ਰੂਰਤ ਇੰਨੀ ਨਾ ਪਈ ਹੋਵੇ। perhaps more than ever before is not some new word shattering, ਸ਼ਾਇਦ ਇੰਨੀ ਜ਼ਰੂਰਤ ਅੱਜ ਤੱਕ ਨਾ ਪਈ ਹੋਵੇ ਜੋ ਅੱਜ ਇਸ ਸੰਸਾਰ ਨੂੰ ਜ਼ਰੂਰਤ ਹੈ। ਉਹ ਕੀ ਹੈ? is not some new word, ਕਿਸੇ ਨਵੇਂ ਸੰਸਾਰ ਦੀ ਜ਼ਰੂਰਤ ਨਹੀਂ। word shattering, ਕਿਸੇ ਜੋ ਕੀ ਹੈ ਸੰਸਾਰ ਨੂੰ ਕੋਈ ਵਿਸ਼ਵ ਵਿਨਾਸ਼ਕ ਦੀ ਜ਼ਰੂਰਤ ਨਹੀਂ ਹੈ, ਇਹੋ ਜਿਹੀ ਡਿਸਕਵਰੀ ਦੀ ਜ਼ਰੂਰਤ ਨਹੀਂ ਹੈ ਜਿਸ ਦੇ ਨਾਲ ਕੋਈ ਕਿਸੇ ਨੂੰ ਖਤਮ ਕੀਤਾ ਜਾ ਸਕੇ ਪੂਰੀ ਤਰ੍ਹਾਂ। ਇਨ ਨਿਊਕਲੀਅਰ ਫਿਜ਼ਿਕਸ, ਕੋਈ ਪਰਮਾਣੂ ਭੌਤਿਕੀ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੰਸਾਰ ਨੂੰ ਕਿ ਅਸੀਂ ਕਿਸੇ ਨੂੰ ਨਸ਼ਟ ਕਰ ਦਈਏ। ਔਰ ਸਮ ਬ੍ਰੈਥ ਟੇਕਿੰਗ ਡਿਸਕਵਰੀ ਇਨ ਕੈਮਿਸਟਰੀ ਔਰ ਮੈਡੀਸਨ, ਜਾਂ ਕੋਈ ਰਸਾਇਣਕ ਵਿਗਿਆਨ ਜਾਂ ਔਸ਼ਧੀ ਵਿਗਿਆਨ ਦੇ ਵਿੱਚ ਕੋਈ ਹੈਰਾਨੀਜਨਕ ਖੋਜ ਦੀ ਜ਼ਰੂਰਤ ਨਹੀਂ ਹੈ। ਕੋਈ ਦਵਾਈਆਂ ਦੇ ਵਿੱਚ ਕੋਈ ਜਾਂ ਰਸਾਇਣਕ ਵਿਗਿਆਨ ਦੇ ਵਿੱਚ ਕੋਈ ਇਹੋ ਜਿਹੀਆਂ ਖੋਜਾਂ ਕਰਨ ਦੀ ਸੰਸਾਰ ਨੂੰ ਜ਼ਰੂਰਤ ਨਹੀਂ ਹੈ, ਕੋਈ ਵੱਡੀਆਂ ਖੋਜਾਂ ਕਰਨ ਦੀ। The advance for which the world is waiting, ਕੋਈ ਇਹੋ ਜਿਹੀ ਕੋਈ ਐਡਵਾਂਸ ਕੰਮ ਕਰੀਏ ਜਿਸ ਦਾ ਸੰਸਾਰ ਅੱਜ ਇੰਤਜ਼ਾਰ ਕਰ ਰਿਹਾ ਹੈ। Beyond any doubt, ਬਿਨਾਂ ਕਿਸੇ ਸ਼ੱਕ, is a small advance in a slight advance in charity, ਸਾਨੂੰ ਜ਼ਰੂਰਤ ਕਿਸ ਚੀਜ਼ ਦੀ ਹੈ ਕਿ ਥੋੜ੍ਹਾ ਜਿਹਾ ਅਸੀਂ ਅੱਗੇ ਵਧੀਏ ਦਾਨਸ਼ੀਲਤਾ ਦੇ ਵਿੱਚ, ਚੈਰਿਟੀ ਦੇ ਵਿੱਚ ਅੱਗੇ ਵਧੀਏ, ਇੱਕ ਦੂਜੇ ਦੀ ਅਸੀਂ ਹੈਲਪ ਕਰੀਏ। ਇਨ ਅੰਡਰਸਟੈਂਡਿੰਗ, ਇੱਕ ਦੂਜੇ ਨੂੰ ਸਮਝੀਏ। ਫੋਰਬੀਅਰੈਂਸ, ਟੋਲਰੈਂਸ, ਜਸਟਿਸ ਐਂਡ ਮਰਸੀ, ਸਹਿਣਸ਼ੀਲਤਾ ਹੋਣੀ ਚਾਹੀਦੀ ਹੈ, ਇਨਸਾਫ ਦੀ ਭਾਵਨਾ ਹੋਣੀ ਚਾਹੀਦੀ ਹੈ, ਦਇਆ ਦੀ ਭਾਵਨਾ ਮਨੁੱਖ ਵਿੱਚ ਹੋਣੀ ਚਾਹੀਦੀ ਹੈ। ਅਤੇ ਇਹ ਕੀ ਹਨ? ਨੌਨ ਮੈਟੀਰੀਅਲ ਚੀਜ਼ਾਂ ਹਨ ਜਿਨ੍ਹਾਂ ਦੀ ਸੰਸਾਰ ਨੂੰ ਅੱਜ ਜ਼ਰੂਰਤ ਹੈ। That is what the world is waiting for, ਇਹੀ ਚੀਜ਼ ਹੈ ਸੰਸਾਰ ਜਿਸ ਦਾ ਇੰਤਜ਼ਾਰ ਕਰ ਰਿਹਾ ਹੈ। And waiting rather anxiously, ਅਤੇ ਬਹੁਤ ਹੀ ਉਤਸੁਕਤਾ ਨਾਲ ਇਹਨਾਂ ਚੀਜ਼ਾਂ ਦੀ ਸੰਸਾਰ
इंतजार कर रहा है। पर साइंस की कर रही है, सिर्फ मैटीरियल चीज़ां मनुख नूं दे रही है। ये जो नॉन मैटीरियल चीज़ां की इत्थे गल कीती गई है, इन्हां दे प्रति साइंस कुछ भी नहीं कर रही। मनुख नूं ये नहीं दस रही कि किस तरह उस विच दान की भावना पैदा होवेगी, किस तरह एक दूजे नूं समझना है, सहनशीलता रखनी है, इंसाफ करना है ਜਾਂ दया करनी है। इन्हां नॉन मटीरियल चीज़ों के प्रति साइंस कुछ भी नहीं कर रही। बट चैरिटी एंड टॉलरेंस एंड फॉरबीरेंस एंड द अंडरस्टैंडिंग ऑफ वन अनदर आर नॉन मटीरियल मैटर्स। ये जो ਹਨ सहनशीलता, दानशीलता, एक दूजे ਨੂੰ समझना, ये ਤਾਂ नॉन मटीरियल चीज़ां ਹਨ। एंड इन नॉन मटीरियल थिंग्स इन द सिंपलेस्ट सोशल थिंग्स। ਅਤੇ ਜੋ ਇਹ ਨॉन ਮਟੀਰੀਅਲ ਚੀਜ਼ਾਂ ਹਨ ਨਾ, ਇਹ ਤਾਂ ਸਮਾਜਿਕ ਚੀਜ਼ਾਂ ਹਨ। ਸਾਇੰਸ ਹੈਜ਼ ਬੀਨ ਹੈਲਪਲੈਸ। ਇਹਨਾਂ ਦੇ ਸੰਬੰਧ ਵਿੱਚ ਜੋ ਸਾਇੰਸ ਹੈ ਉਹ ਬੇਬਸ ਹੈ, ਇਹਨਾਂ ਦੇ ਸੰਬੰਧ ਵਿੱਚ ਕੁਝ ਨਹੀਂ ਕਰ ਰਹੀ। ਇਟ ਕੈਨ ਨਾਟ ਈਵਨ ਹੈਲਪ ਅਸ ਟੂ ਡਿਸਟਿੰਗੁਇਸ਼ ਗੁੱਡ ਫਰੋਮ ਈਵਲ। ਸਾਇੰਸ ਤਾਂ ਸਾਨੂੰ ਬੁਰਾਈ ਅਤੇ ਚੰਗਿਆਈ ਦੇ ਵਿੱਚ ਫਰਕ ਕਰਨਾ ਵੀ ਨਹੀਂ ਸਿਖਾਉਂਦੀ। ਮੇ ਬੀ ਦਿਸ ਵਿਲ ਨਾਟ ਆਲਵੇਜ਼ ਬੀ ਸੋ। ਸ਼ਾਇਦ ਹਮੇਸ਼ਾ ਇਸ ਤਰ੍ਹਾਂ ਨਹੀਂ ਰਹੇਗਾ। Who knows? कौन जानता है? It is quite probable that someday science will affect an improvement in the human brain itself. ਇਹ ਵੀ ਸੰਭਵ ਹੈ ਕਿ ਸ਼ਾਇਦ ਸਾਇੰਸ ਕਿਸੇ ਦਿਨ ਮਨੁੱਖੀ ਦਿਮਾਗ ਦੇ ਵਿੱਚ ਵੀ ਕੁਝ ਸੁਧਾਰ ਲਿਆਉਣ ਦੇ ਵਿੱਚ ਸਫਲ ਹੋ ਜਾਵੇ। Not a structural improvement. ਇੱਥੇ ਕੋਈ ਮਨੁੱਖੀ ਦਿਮਾਗ ਦੀ ਬਣਾਵਟ ਦੀ ਇੰਪਰੂਵਮੈਂਟ ਦੀ ਗੱਲ ਨਹੀਂ ਕੀਤੀ ਜਾ ਰਹੀ। For a structure, बनावट के तौर पर तो जो मनुखी दिमाग है, ह्यूमन ब्रेन इज़ द ग्रेटेस्ट मिरेकल ऑफ ऑल। यह तो एक बहुत बड़ा अजूबा है बनावट के तौर पर। तो इट्स अंडरस्टैंडिंग विल कम लास्ट। इसकी जो समझ पाना है वो तो एक अंतिम गल ही होगी, दिमाग की समझ पानी भी यह कित्थों तक इसकी कुशलता है। बट देयर माइट वैल बी आ फंक्शनल इंप्रूवमेंट। पर ਇਸ ਦੇ ਕੰਮ ਕਰਨ ਦੀ ਇੰਪਰੂਵਮੈਂਟ ਦੇ ਵਿੱਚ ਸੁਧਾਰ ਸ਼ਾਇਦ ਮਨੁੱਖ ਕਰ ਲਵੇ। ਬਣਾਵਟ ਦੇ ਤੌਰ ਤੇ ਤਾਂ ਮਨੁੱਖੀ ਦਿਮਾਗ ਹੈ ਜੋ ਇੱਕ ਅਜੂਬਾ ਹੀ ਹੈ। ਇੰਨਾ ਵੱਡਾ ਦਿਮਾਗ ਬਣਾਵਟ ਦੇ ਤੌਰ ਤੇ ਤਾਂ ਕਿਸੇ ਦਾ ਵੀ ਨਹੀਂ ਹੈ। ਪਰ ਇਸ ਦੇ ਫੰਕਸ਼ਨਲ, ਇਸ ਦੇ ਕੰਮ ਕਰਨ ਦੀ ਕੁਸ਼ਲਤਾ ਦੇ ਵਿੱਚ ਸ਼ਾਇਦ ਮਨੁੱਖ ਹੋਰ ਇੰਪਰੂਵਮੈਂਟ ਕਰ ਲਵੇ। ਦੈਟ ਇਜ਼ ਫਾਰ ਫਰੋਮ ਫੈਂਟੈਸਟਿਕ। ਇਹ ਕੀ ਹੈ? ਇਹ ਕੋਈ ਅਜੀਬ ਗੱਲ ਨਹੀਂ ਹੋਵੇਗੀ। The advance in science might one day well increase the capacity and reasoning power of human brain। जो ਤਰੱਕੀ ਹੈ ਸਾਇੰਸ ਦੇ ਵਿੱਚ, ਜੋ ਤਰੱਕੀ ਹੈ ਸ਼ਾਇਦ ਇਸ ਦੇ ਨਾਲ ਕਿਸੇ ਦਿਨ ਮਨੁੱਖ ਸੋਚਣ ਸਮਝਣ ਦੀ ਜੋ ਸ਼ਕਤੀ ਹੈ ਮਨੁੱਖੀ ਦਿਮਾਗ ਦੀ, ਉਸ ਦੇ ਵਿੱਚ ਸ਼ਾਇਦ ਵਾਧਾ ਕਰ ਲਵੇਗਾ। ਇਸ ਤਰ੍ਹਾਂ ਪੋਇਟ ਸੋਚਦਾ ਹੈ। I should say there is little doubt that man will one day improve on the natural man। ਮੈਂ ਇਹ ਕਹਾਂਗਾ ਕਿ ਇਸ ਗੱਲ ਵਿੱਚ ਬਹੁਤ ਹੀ ਘੱਟ ਅਸੀਂ ਸ਼ੱਕ ਕਰ ਸਕਦੇ ਹਾਂ ਕਿ ਜੋ ਆਦਮੀ ਹੈ ਇੱਕ ਦਿਨ ਇੰਪਰੂਵਮੈਂਟ ਕਰ ਲਵੇਗਾ। ਇੱਕ ਜੋ ਨੈਚੁਰਲ ਮਨੁੱਖ ਹੁੰਦਾ ਹੈ, ਸਧਾਰਨ ਮਨੁੱਖ ਹੁੰਦਾ ਹੈ, ਉਸ ਦੇ ਵਿੱਚ ਇੱਕ ਇੰਪਰੂਵਮੈਂਟ ਕਰ ਲਵੇਗਾ, ਸੁਧਾਰ ਕਰ ਲਵੇਗਾ ਉਸ ਦੇ ਸੋਚਣ ਸਮਝਣ ਦੀ ਸ਼ਕਤੀ ਦੇ ਵਿੱਚ। ਇੰਟਲੈਕਚੁਅਲ ਜੋ ਸਟੇਟਸ ਹੈ ਉਸਦਾ, ਸਮਝ ਹੈ ਮਨੁੱਖ ਦੀ, ਸ਼ਾਇਦ ਸਾਇੰਸ ਦੀ ਸਹਾਇਤਾ ਨਾਲ ਉਸ ਦੇ ਵਿੱਚ ਹੋਰ ਸੁਧਾਰ ਕਰ ਸਕੇ। and give him greater power of reasoning and understanding। ਅਤੇ ਉਸ ਨੂੰ ਕੀ ਹੈ, ਹੋਰ ਜ਼ਿਆਦਾ ਸ਼ਕਤੀ ਦੇ ਦੇਵੇ ਸਮਝਣ ਦੀ, ਤਰਕ ਕਰਨ ਦੀ, ਅਤੇ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਣ ਦੀ ਸ਼ਾਇਦ ਸ਼ਕਤੀ ਮਨੁੱਖ ਪ੍ਰਾਪਤ ਕਰ ਲਵੇਗਾ। he might have sufficient reason and understanding to abolish war। ਤੇ ਉਸ ਦੇ ਕੋਲ ਸ਼ਾਇਦ ਇੰਨੀ ਤਰਕ ਅਤੇ ਇੰਨੀ ਬੁੱਧੀ ਆ ਜਾਵੇਗੀ ਕਿ ਉਹ ਯੁੱਧਾਂ ਨੂੰ ਹੀ ਖਤਮ ਕਰ ਦੇਵੇਗਾ, ਕਿ ਯੁੱਧ ਕਰਨੇ ਉਹ ਬੰਦ ਹੀ ਕਰ ਦੇਵੇਗਾ। ਵੈਦਰ ਦੈਟ ਵਿਲ ਬੀ ਸੋ। ਸ਼ਾਇਦ ਇਸ ਤਰ੍ਹਾਂ ਕਿਸੇ ਦਿਨ ਹੋ ਹੀ ਜਾਵੇਗਾ। ਵੈਦਰ ਐਂਡ ਵੈਨ ਹੀ ਵਿਲ ਹੈਵ ਆ ਬੈਟਰ ਅੰਡਰਸਟੈਂਡਿੰਗ ਆਫ ਹਿਜ਼ ਫੈਲੋ ਮੈਨ। ਤੇ ਸ਼ਾਇਦ ਵੀ ਉਹ ਕੋਈ ਬੈਟਰ ਅੰਡਰਸਟੈਂਡਿੰਗ ਆਪਣੇ ਨਾਲ ਦੇ ਮਨੁੱਖਾਂ ਨੂੰ ਚੰਗਾ, ਹੋਰ ਵਧੀਆ ਤਰੀਕੇ ਨਾਲ ਸਮਝਣ ਲੱਗ ਜਾਵੇ। ਦੈਟ ਰਿਮੇਨਸ ਟੂ ਬੀ ਸੀਨ। ਇਹ ਹਾਲੇ ਅਸੀਂ ਦੇਖਣਾ ਹੈ ਕਿ ਉਹ ਆਪਣੇ ਨਾਲ ਦੇ ਸਾਥੀ ਮਨੁੱਖਾਂ ਨੂੰ ਬਿਹਤਰ ਸਮਝ ਉਸ ਦੇ ਲਈ ਪ੍ਰਾਪਤ ਹੋ ਜਾਵੇ, ਉਹਨਾਂ ਨੂੰ ਚੰਗਾ ਹੋਰ ਵਧੀਆ ਤਰੀਕੇ ਨਾਲ ਸਮਝਣ ਲੱਗ ਜਾਵੇ। ਇਹ ਕਦ ਹੋਵੇਗਾ? ਇਹ ਹਾਲੇ ਅਸੀਂ ਦੇਖਣਾ ਹੈ।
ਇਟ ਬ੍ਰਿੰਗਸ ਅਸ ਬੈਕ ਟੂ ਦਾ ਕੁਐਸਚਨ। ਇਹ ਗੱਲ ਸਾਨੂੰ ਫੇਰ ਉਸੇ ਪ੍ਰਸ਼ਨ ਤੇ ਲਿਆਉਂਦੀ ਹੈ, ਵੇਅਰ ਇਜ਼ ਸਾਇੰਸ ਟੇਕਿੰਗ ਅਸ, ਕਿ ਸਾਇੰਸ ਸਾਨੂੰ ਕਿੱਧਰ ਲੈ ਕੇ ਜਾ ਰਹੀ ਹੈ। ਡਿਸਪਾਈਟ ਦਾ ਪ੍ਰੈਜ਼ੈਂਸ ਵੈਸੀਟਿਊਡਸ ਵੀ ਆਰ ਗੋਇੰਗ ਸਮਵੇਅਰ। ਜੋ ਹੁਣ ਦੇ ਵਰਤਮਾਨ ਦੇ ਉਤਰਾਅ ਚੜਾਵ ਹਨ, ਉਹਨਾਂ ਦੇ ਬਾਵਜੂਦ ਵੀ ਅਸੀਂ ਕਿਸ ਗੱਲ ਵੱਲ ਵੱਧ ਰਹੇ ਹਾਂ, ਇਹ ਅਸੀਂ ਹਾਲੇ ਦੇਖਣਾ ਹੈ। ਵੇਅਰ ਇਜ਼ ਸਾਇੰਸ ਟੇਕਿੰਗ ਅਸ, ਵੀ ਜੋ ਵਿਸਿਟਿਊਡਸ ਹਨ, ਹੁਣ ਦੇ ਜੋ ਪ੍ਰੈਜ਼ੈਂਟ ਉਤਰਾਅ ਚੜਾਵ ਹਨ, ਵੀ ਆਰ ਗੋਇੰਗ ਸਮਵੇਅਰ, ਅਸੀਂ ਕਿਤੇ ਜਾ ਰਹੇ ਹਾਂ। ਦੇਰ ਆਰ ਟਰਬਲਸਮ ਟਾਈਮਸ ਅਹੈਡ, ਆਉਣ ਵਾਲਾ ਸਮਾਂ ਜੋ ਹੈ ਉਹ ਮੁਸ਼ਕਲਾਂ ਨਾਲ ਭਰਿਆ ਹੋਇਆ ਹੈ। ਬਟ ਦੋਜ਼ ਹੂ ਫੀਅਰ ਫॉर ਦਾ ਫਿਊਚਰ ਆਰ ਦਾ ਕ੍ਰੈਵਨ, ਯਾਨੀ ਕਿ ਜੋ ਭਵਿੱਖ ਬਾਰੇ ਜੋ ਲੋਕ ਹਨ, ਭਵਿੱਖ ਦੇ ਵਿਸ਼ੇ ਵਿੱਚ ਡਰਦੇ ਹਨ, ਉਹ ਕੀ ਹੁੰਦੇ ਹਨ, ਆਤਮਾ ਦੇ ਉਹ ਕੀ ਹੁੰਦੇ ਹਨ, ਡਰਪੋਕ ਹੁੰਦੇ ਹਨ। ਉਹ ਵਿਅਕਤੀ ਸਪਿਰਿਟ ਦੇ ਤੌਰ ਤੇ, ਆਤਮਾ ਦੇ ਤੌਰ ਤੇ ਉਹ ਡਰਪੋਕ ਹੁੰਦੇ ਹਨ। ਫॉर ਲਾਈਫ ਇਜ਼ ਬਿਕਮਿੰਗ ਮੋਰ ਐਂਡ ਮੋਰ ਇੰਟਰਸਟਿੰਗ, ਇੰਟਰੀਗਿੰਗ ਐਂਡ ਐਕਸਾਈਟਿੰਗ, ਕਿਉਂਕਿ ਜੋ ਜੀਵਨ ਹੈ ਉਹ ਜ਼ਿਆਦਾ ਤੋਂ ਜ਼ਿਆਦਾ ਰੌਚਕ, ਜਟਲ ਅਤੇ ਰੋਮਾਂਚਕ ਹੁੰਦਾ ਜਾ ਰਿਹਾ ਹੈ। ਆਈ ਵਿਸ਼ ਆਈ ਹੈਡ ਅਨਦਰ 100 years। ਇੱਥੇ ਲੇਖਕ ਇਹ ਇੱਛਾ ਕਰਦਾ ਹੈ ਕਿ ਜਦ ਜੀਵਨ ਇੰਨਾ ਜ਼ਿਆਦਾ ਰੌਚਕ, ਜਟਲ ਅਤੇ ਰੋਮਾਂਚਕ ਹੁੰਦਾ ਜਾ ਰਿਹਾ ਹੈ, ਕਾਸ਼ ਮੇਰੇ ਕੋਲ 100 ਸਾਲ ਹੋਰ ਹੁੰਦੇ ਜਿਉਣ ਦੇ ਲਈ। Okay students, here we have completed this chapter, where is science taking us. I hope you have understood it. Okay, thanks.